ਇਹ ਵੀਡੀਓ ਦੇਖ ਰਹੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਮੈਂ ਉਮੀਦ ਕਰਦਾ ਕਿ ਅਕਾਲ ਪੁਰਖ ਪਰਮਾਤਮਾ ਦੀ ਮਿਹਰ ਸਦਕਾ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਸੇਫ ਹੋਵੋਗੇ। ਦੋਸਤੋ, ਇਹ ਲਾਜ਼ਮੀ ਆ ਆਪਣਾ ਸਮਝਣਾ ਕਿ ਆਪਣੇ ਬੱਚਿਆਂ ਦਾ ਹਰ ਘੜੀ ਹਰ ਪਲ ਅੱਗੇ ਵਧਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੇ ਇੱਕ ਬਹੁਤ ਹੀ ਜ਼ਿਆਦਾ ਕੰਪੀਟੀਟਿਵ ਵਰਲਡ ਦੇ ਵਿੱਚ ਵਿਚਰਨਾ। ਕਿਸੇ ਨੇ ਉੱਥੇ ਇਹ ਪਰਵਾਹ ਨਹੀਂ ਕਰਨੀ ਕਿ ਕਰੋਨਾ ਦੀ ਪ੍ਰੋਬਲਮ ਆਈ ਸੀਗੀ, ਕਿਉਂਕਿ ਇਹ ਐਕਸਕਿਊਜ਼ਸ ਨੇ ਜਿਹੜੇ ਇਹ ਜ਼ਿੰਦਗੀ ਦੇ ਵਿੱਚ ਕੰਪੀਟੀਸ਼ਨਸ ਦੇ ਟਾਈਮ ਨਹੀਂ ਸੁਣੇ ਜਾਂਦੇ। ਉੱਥੇ ਫੈਸਲਾ ਸਿਰਫ ਇੱਕ ਹੀ ਹੁੰਦਾ ਕਿ ਆਪਾਂ ਜਿੱਤਦੇ ਹਾਂ ਕਿ ਆਪਾਂ ਹਾਰਦੇ ਹਾਂ ਮੈਦਾਨ ਦੇ ਵਿੱਚ। ਜੇ ਲਾਈਫ ਦੇ ਵਿੱਚ ਆਪਾਂ ਲਿਬਰੇਸ਼ਨ ਚਾਹੁੰਦੇ ਹਾਂ, ਲਿਬਰੇਸ਼ਨ ਮਤਲਬ ਮੁਕਤੀ, ਸਾਰੀਆਂ ਇਨਸਿਕਿਉਰਿਟੀਜ਼ ਤੋਂ ਮੁਕਤੀ। ਆਈ ਐਮ ਯੂਜ਼ਿੰਗ ਦਾ ਵਰਡ ਲਿਬਰੇਸ਼ਨ ਹੇਅਰ ਬਿਕੋਜ਼ ਵਨ ਕੈਨੋਟ ਅਚੀਵ ਟੋਟਲ ਪੀਸ ਇਨ ਲਾਈਫ until and unless one unravels the hidden treasure within, which is possible only by unlocking the true human potential, which further is possible only through quality education. ਸੋ ਇਹ ਜਿਹੜੀ ਜ਼ਿੰਦਗੀ ਆ, ਜ਼ਿੰਦਗੀ ਦੀ ਜੋ ਰੇਸ ਆ, ਇਹਦੇ ਵਿੱਚ ਜੋ ਸਭ ਤੋਂ ਚੀਜ਼ ਮੈਨੇ ਰੱਖਦੀ ਉਹ ਹੁੰਦੀ ਕਿ ਆਪਾਂ ਭੱਜੇ ਕਿੱਦਾਂ। ਜੇ ਪ੍ਰੋਸੈਸ ਇੱਕ ਪਲੈਨਡ ਪ੍ਰੋਸੈਸ ਹੋਵੇ, ਇੱਕ ਸਟ੍ਰੈਟੇਜਿਕ ਪ੍ਰੋਸੈਸ ਹੋਵੇ, ਤਾਂ ਉਹਦੇ ਵਿੱਚ ਵੀ ਵਧੀਆ ਰਿਜ਼ਲਟ ਆਉਣਾ ਹਮੇਸ਼ਾ ਲਾਜ਼ਮੀ ਹੀ ਹੁੰਦਾ, ਅਤੇ ਉਹ ਵਧੀਆ ਰਿਜ਼ਲਟ ਐਵਰ ਲਾਸਟਿੰਗ ਹੁੰਦਾ। ਆਪਾਂ ਉਹਨੂੰ ਸੰਭਾਲ ਸਕਦੇ ਹਾਂ ਕਿਉਂਕਿ ਆਪਾਂ ਨੂੰ ਕਮਾਇਆ ਹੁੰਦਾ। ਜਿਹੜੀ ਸਕੂਲਿੰਗ ਆ ਉਹ ਕੋਈ ਐਂਡ ਗੋਲ ਨਹੀਂ ਹੈਗਾ। ਫਸਟ ਕਲਾਸ ਕੰਪਲੀਟ ਕਰ ਲਈ ਕੋਈ ਐਂਡ ਗੋਲ ਨਹੀਂ ਹੈਗਾ। ਆਪਣੀ ਸਕੂਲਿੰਗ ਹੈ, ਇਹਨੇ ਆਪਣੀਆਂ ਫਾਊਂਡੇਸ਼ਨਸ ਸਟਰੋਂਗ ਕਰਨੀਆਂ ਨੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਅੰਕੜੇ ਦੱਸਦੇ ਨੇ ਕਿ 70% ਜਿਹੜੀਆਂ ਜੋਬਸ ਹੋਣਗੀਆਂ ਫਿਊਚਰ ਦੇ ਵਿੱਚ, ਉਹ ਇੱਕ ਇੱਦਾਂ ਦੀ ਟੈਕਨੋਲੋਜੀ ਦੇ ਬੇਸਡ ਹੋਣਗੀਆਂ ਜਿਹੜੀ ਹਾਲੇ ਤੱਕ ਟੈਕਨੋਲੋਜੀ ਇਨਵੈਂਟ ਵੀ ਨਹੀਂ ਹੋਈ। ਕਿ ਜਿਹੜੀਆਂ ਚੀਜ਼ਾਂ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਨਹੀਂ ਹੈਗੇ, 70% ਜੋਬਸ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਉੱਪਰ ਡਿਪੈਂਡ ਹੋਣਗੀਆਂ। ਇਹਦਾ ਮਤਲਬ ਆਪਾਂ ਨੂੰ ਨੀਹਾਂ ਬਹੁਤ ਮਜ਼ਬੂਤ ਕਰਨੀਆਂ ਪੈਣੀਆਂ ਆਪਣੇ ਬੱਚਿਆਂ ਦੀਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਕੰਪੀਟੀਟਿਵ ਵਰਲਡ ਦੇ ਵਿੱਚ ਸਰਵਾਈਵ ਕਰ ਸਕਣ। ਤਾਂ ਸਾਰੀ ਦੁਨੀਆ ਉੱਥੇ ਸਲੋ ਨਹੀਂ ਹੋ ਰਹੀ, ਸਾਰੀ ਦੁਨੀਆ ਉੱਥੇ ਮਿਹਨਤ ਕਰਨਾ ਬੰਦ ਨਹੀਂ ਕਰ ਰਹੀ। ਇਹਨੂੰ ਆਪਾਂ ਕਹਿੰਦੇ ਹਾਂ ਇੱਕ ਲੂਪ ਆਫ ਕੌਨਸਟੈਂਟ ਮੀਡੀਓਕ੍ਰਿਟੀ, ਕਿ ਇੱਕ ਇੱਦਾਂ ਦੇ ਸਾਈਕਲ ਦੇ ਵਿੱਚ ਫਸ ਗਏ ਜਿੱਥੇ ਸਿਰਫ ਆਪਾਂ ਪਾਸ ਹੋਣ ਬਾਰੇ ਸੋਚ ਰਹੇ ਹਾਂ। ਇੱਕ ਮੈਂ ਤੁਹਾਡੇ ਨਾਲ ਐਨਾਲੋਜੀ ਸ਼ੇਅਰ ਕਰਦਾ, ਉਹਨੂੰ ਆਪਾਂ ਹੈਲਮਟ ਐਨਾਲੋਜੀ ਕਹਿੰਦੇ ਹਾਂ ਕਿ ਬਾਜ਼ਾਰ ਦੇ ਵਿੱਚ ਦੋ ਤਰੀਕੇ ਦੇ ਹੈਲਮਟ ਆਉਂਦੇ ਨੇ। ਇੱਕ ਦੀ ਕੀਮਤ ਹੁੰਦੀ ਆ 150-250 ਦੇ ਕਰੀਬ, ਅਤੇ ਇੱਕ ਦੀ ਕੀਮਤ ਹੁੰਦੀ ਆ 1500-2000 ਦੇ ਕਰੀਬ। ਜਿਹੜਾ 150-250 ਵਾਲਾ ਹੈਲਮਟ ਆ ਉਹ ਬੇਸਿਕਲੀ ਆਪਾਂ ਨੂੰ ਫਾਈਨਸ ਤੋਂ ਬਚਾਉਂਦਾ। ਪਰ ਦੋਸਤੋ, ਇਹ ਕੁਆਲਿਟੀ ਦਾ ਅਹਿਸਾਸ ਉਦੋਂ ਹੁੰਦਾ ਆਪਾਂ ਨੂੰ ਜਿੱਦਣ ਕਿਤੇ ਐਕਸੀਡੈਂਟ ਹੋ ਜਾਵੇ। ਉਦੋਂ ਸਮਝ ਆਉਂਦੀ ਆ ਕਿ ਕੁਆਲਿਟੀ ਹੈਲਮਟ ਜ਼ਿਆਦਾ ਜ਼ਰੂਰੀ ਆ। ਆਪਾਂ ਪੜ੍ਹਾਈ ਨੂੰ ਜਾਂ ਤਾਂ ਇੱਕ 150 ਜਾਂ 250 ਵਾਲੇ ਹੈਲਮਟ ਵਾਂਗੂ ਟਰੀਟ ਕਰ ਸਕਦੇ ਹਾਂ ਕਿ ਸਿਰਫ ਆਪਾਂ ਪਾਸ ਹੋਣ ਬਾਰੇ ਸੋਚੀਏ, ਜਾਂ ਆਪਾਂ ਪੜ੍ਹਾਈ ਨੂੰ ਇੱਕ ਪ੍ਰੋਸੈਸ ਸਮਝ ਸਕਦੇ ਹਾਂ ਕਿ ਇਹ ਮੇਰੀ ਫਿਊਚਰ ਦੀ ਸਿਕਿਉਰਿਟੀ ਹੈ, ਇਹ ਮੇਰੀ ਫਿਊਚਰ ਦੀ ਇਨਵੈਸਟਮੈਂਟ ਆ। ਜੋ ਮੈਂ ਟਾਈਮ ਪਾ ਰਿਹਾ ਇਹ ਮੈਂ ਪਾਸ ਹੋਣ ਲਈ ਨਹੀਂ ਪਾ ਰਿਹਾ, ਇਹ ਮੈਂ ਤਾਂ ਪਾ ਰਿਹਾ ਕਿਉਂਕਿ ਮੈਂ ਆਪਣੀਆਂ ਨੀਹਾਂ ਮਜ਼ਬੂਤ ਕਰ ਰਿਹਾ। ਅਤੇ ਦੋਸਤੋ, ਕੁਆਲਿਟੀ ਟੈਸਟਿੰਗ ਤੋਂ ਬਿਨਾਂ, ਜਿਹਨੂੰ ਆਪਾਂ ਇੱਥੇ ਸਟੇਜ ਨੰਬਰ 3 ਤੁਸੀਂ ਦੇਖ ਰਹੇ ਹੋ, ਚੈਕਿੰਗ, ਆਪਾਂ ਕਦੇ ਵੀ ਇਹ ਸਮਝ ਨਹੀਂ ਪਾਵਾਂਗੇ ਕਿ ਆਪਣੇ ਬੱਚਿਆਂ ਦੇ ਕਿਹੜੇ ਕੌਨਸੈਪਟਸ ਵੀਕ ਨੇ। ਆਮ ਤੌਰ 'ਤੇ ਆਪਣੀ ਇੱਕ ਨੋਰਮਲ ਇੱਕ ਸ਼ਿਕਾਇਤ ਹੁੰਦੀ ਆ ਕਈ ਵਾਰ ਕਿ ਬੱਚੇ ਨੂੰ ਮੈਥਸ ਨਹੀਂ ਸਮਝ ਆਇਆ, ਕਿਉਂਕਿ ਆਪਾਂ ਬੱਚੇ ਨੂੰ 7th ਦਾ ਮੈਥਸ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਆਪਾਂ ਬੱਚੇ ਨੂੰ ਟਿਊਸ਼ਨ ਸੈਂਟਰਸ ਦੇ ਉੱਪਰ ਭੇਜਦੇ ਹਾਂ, ਅਤੇ ਟਿਊਸ਼ਨ ਟੀਚਰਸ ਵੀ ਬੱਚੇ ਨੂੰ 7ਵੀਂ ਦਾ ਮੈਥ ਹੀ ਪੜ੍ਹਾਉਂਦੇ ਆ ਕਿਉਂਕਿ ਬੱਚਾ ਆਪਣਾ 7th ਕਲਾਸ ਦੇ ਵਿੱਚ ਹੁੰਦਾ। ਪਰ ਅਸਲ ਦੇ ਵਿੱਚ ਕਮੀਆਂ ਕਿੱਥੇ ਹੁੰਦੀਆਂ? ਕਮੀਆਂ ਹੁੰਦੀਆਂ 5th ਕਲਾਸ ਦੇ ਮੈਥਸ ਦੇ ਵਿੱਚ। ਸਪੋਜ਼ ਮੇਰੇ 70% ਆਏ, 6th ਕਲਾਸ ਦੇ ਵਿੱਚ ਮੇਰੇ ਫੇਰ 75% ਆਏ। ਹੁਣ ਜਿਹੜੇ 25-25, 30-30 ਨੰਬਰ ਮੈਂ ਪਿੱਛੇ ਗਵਾ ਕੇ ਆਇਆ, ਉਹ ਮੈਨੂੰ 7th ਕਲਾਸ ਦੇ ਵਿੱਚ ਤੰਗ ਕਰਨਗੇ। ਸੋ ਕਮੀਆਂ ਮੇਰੀਆਂ ਉਹ ਪਿੱਛੇ ਹੁੰਦੀਆਂ ਨੇ। ਸੋ ਆਪਾਂ ਇਹ ਪਲਾਨ ਕੀਤਾ ਕਿ ਸਾਲ ਦੇ ਵਿੱਚ ਹਰੇਕ ਐਗਜ਼ਾਮਸ ਤੋਂ ਬਾਅਦ 15 ਦਿਨ ਆਪਾਂ ਰੀਟੀਚਿੰਗ ਕਰਿਆ ਕਰਾਂਗੇ, ਜਿਹਦੇ ਵਿੱਚ ਆਪਾਂ ਕਮੀਆਂ ਲੱਭਿਆ ਕਰਾਂਗੇ ਅਤੇ ਆਪਾਂ ਲੂਪ ਹੋਲਸ ਨੂੰ ਪਲੱਗ ਇਨ ਕਰਿਆ ਕਰਾਂਗੇ। ਸੋ ਇਹ ਜਿਹੜਾ ਸਾਈਕਲਿਕ ਸਾਰੀ ਪ੍ਰੋਸੈਸ ਆ, ਇਹਨੂੰ ਕੰਪਲੀਟ ਕਰਦੀ ਹੈ ਲਾਸਟ ਸਟੇਜ, ਜਿਹਨੂੰ ਆਪਾਂ ਟੀਚਿੰਗ ਕਹਿੰਦੇ ਹਾਂ, ਐਕਟਿੰਗ ਕਹਿੰਦੇ ਹਾਂ ਜਿਹਨੂੰ ਆਪਾਂ। ਸੋ ਉਹ ਐਕਟਿੰਗ ਲਈ, ਉਹ ਟੀਚਿੰਗ ਲਈ, ਉਸ ਐਨਾਲਿਸਿਸ ਲਈ ਇਹ ਬਹੁਤ ਲਾਜ਼ਮੀ ਹੈ ਕਿ ਆਪਾਂ ਬੱਚਿਆਂ ਦੀ ਕੁਆਲਿਟੀ ਟੈਸਟਿੰਗ ਕਰੀਏ। ਇਹ ਸਾਰਾ ਮੰਥ ਜੁਲਾਈ ਦਾ ਹਰ ਰੋਜ਼ ਸਵੇਰ ਦੇ ਵਿੱਚ ਡਿਸਕਸ਼ਨ ਸੈਸ਼ਨਸ ਹੋਇਆ ਕਰਨਗੇ, ਡਾਊਟ ਸੈਸ਼ਨ ਹੋਇਆ ਕਰਨਗੇ, ਅਤੇ ਸ਼ਾਮ ਨੂੰ ਉਹੀ ਡਾਊਟ ਸੈਸ਼ਨ ਦੇ ਬੇਸ ਦੇ ਉੱਪਰ ਇੱਕ MCQ ਬੇਸ ਟੈਸਟ ਹੋਊਗਾ। ਕਿਉਂਕਿ ਸਾਡੇ ਵੱਲੋਂ ਪੜ੍ਹਾਉਣਾ ਫੇਰ ਹੀ ਫਾਇਦੇਮੰਦ ਆ ਜੇ ਉਹ ਬੱਚਿਆਂ ਦੇ ਅੰਦਰ ਤੱਕ ਜਾ ਰਿਹਾ, ਜੇ ਬੱਚਿਆਂ ਤੱਕ ਪਹੁੰਚ ਰਿਹਾ, ਅਦਰਵਾਈਜ਼ ਟੀਚਿੰਗ ਫੇਲ ਹੋ ਜਾਂਦੀ ਹੈ। ਸੋ ਇੱਥੇ ਮੇਰੀ ਸਾਰੇ ਪੇਰੈਂਟਸ ਨੂੰ ਇੱਕ ਹੀ ਰਿਕੁਐਸਟ ਆ ਕਿ ਐਜ਼ ਆ ਪੈਰੈਂਟਸ ਤੁਸੀਂ ਸਾਡੀ ਇੰਨੀ ਕੁ ਸਪੋਰਟ ਕਰਨੀ, ਕਿਉਂਕਿ ਅਸੀਂ ਬੱਚਿਆਂ ਦੇ ਕੋਲੇ ਨਹੀਂ ਹੈਗੇ। ਤੁਸੀਂ ਇਨਸ਼ੋਰ ਕਰਨਾ ਕਿ ਜਿਹੜੀ ਇਨਵਿਜੀਲੇਸ਼ਨ ਆ ਉਹ ਪ੍ਰੋਪਰ ਹੋਵੇ, ਕਿ ਆਪਣਾ ਬੱਚਾ ਕੋਈ ਨਕਲ ਨਾ ਮਾਰੇ। ਵੈਸੇ ਅਸੀਂ ਪੇਪਰ ਨੂੰ ਇਸ ਤਰੀਕੇ ਨਾਲ ਡਿਵਾਈਸ ਕੀਤਾ ਕਿ ਨਕਲ ਨੂੰ ਆਪਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਐਜ਼ ਆ ਪੈਰੈਂਟ ਤੁਸੀਂ ਇਹ ਅੱਧਾ ਘੰਟਾ ਬੱਚਿਆਂ ਦੇ ਆਪਣੇ ਦੇ ਕੋਲੇ ਬੈਠਣਾ
ਕਿ ਆਪਣੇ ਬੱਚੇ ਕਿਸੇ ਵੀ ਤਰੀਕੇ ਦੀ ਚੀਟਿੰਗ ਨਾ ਕਰਨ। ਇਹ ਪੇਪਰਾਂ ਦਾ ਮਕਸਦ ਦੋਸਤੋ ਮਾਰਕਸ ਸਕੋਰ ਕਰਨਾ ਨਹੀਂ ਹੈਗਾ। ਇਹ ਪੇਪਰਾਂ ਦਾ ਮਕਸਦ ਹੈ ਕਿ ਆਪਾਂ ਜਾਣ ਸਕੀਏ ਕਿ ਆਪਣੇ ਬੱਚਿਆਂ ਨੇ ਕਿੰਨਾ ਸਿੱਖਿਆ ਅਤੇ ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਰਿਵਾਈਜ਼ ਕਰਵਾਉਣ ਦੀ ਲੋੜ ਆ। ਸੋ ਸਾਨੂੰ ਇਹਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਦੀ ਲੋੜ ਪਊਗੀ। ਲਿੰਕ ਤੁਹਾਡੇ ਨਾਲ WhatsApp ਦੇ ਥਰੂ ਭੇਜਿਆ ਜਾਊਗਾ ਆਪਣੇ ਬੱਚੇ ਦੇ ਮੈਸੇਜ ਦੇ ਉੱਪਰ। ਸੋ ਆਪਾਂ ਕੀ ਕਰਨਾ, ਨਾਲ ਹੀ ਤੁਹਾਨੂੰ ਟਾਈਮਿੰਗਸ ਦੱਸੀਆਂ ਜਾਣਗੀਆਂ ਕਿ ਇੰਨੇ ਵਜੇ ਪੇਪਰ ਖੁੱਲ੍ਹੂਗਾ। ਉਸ ਤੋਂ ਪਹਿਲਾਂ ਜੇ ਆਪਣਾ ਬੱਚਾ ਇਹਨੂੰ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਇਹ ਪੇਪਰ ਬੱਚਾ ਦੇ ਨਹੀਂ ਪਾਊਗਾ। ਸਕਰੀਨ ਦੇ ਉੱਪਰ ਲਿਖਿਆ ਆ ਜਾਊਗਾ ਕਿ ਹਾਲੇ ਇਹ ਫਾਰਮ ਖੁੱਲ੍ਹਾ ਨਹੀਂ ਹੈਗਾ। ਸੋ ਟੀਚਰ ਆਪਣੇ ਨਾਲ ਟਾਈਮਿੰਗ ਸ਼ੇਅਰ ਕਰਨਗੇ, ਸੋ ਉਹ ਪੂਰੇ ਟਾਈਮ ਦੇ ਉੱਪਰ ਇਹ ਫਾਰਮ ਖੋਲ੍ਹਿਆ ਜਾਊਗਾ। ਸੋ ਆਪਾਂ ਕਰਨਾ ਕੀ ਆ, ਆਪਣੇ ਬੱਚੇ ਨੇ ਉਹਨੂੰ ਲਿੰਕ ਨੂੰ ਕਲਿੱਕ ਕਰਨਾ ਅਤੇ ਇੱਦਾਂ ਬਰਾਊਜ਼ਰ ਦੇ ਵਿੱਚ ਇਹ ਲਿੰਕ ਖੁੱਲ੍ਹ ਜੂਗਾ। ਉਸ ਤੋਂ ਪਹਿਲਾਂ ਮੈਨੂੰ ਸਕਰੀਨ ਦੇ ਉੱਪਰ ਇਹ ਲਿਖਿਆ ਆਊਗਾ ਸਾਈਨ ਇਨ। ਇੱਥੇ ਮੈਂ ਆਪਣੀ ਗੂਗਲ ID ਨਾਲ ਸਾਈਨ ਇਨ ਕਰ ਦੇਣਾ। ਇਹ ਆਪਾਂ ਨੂੰ ਇੱਦਾਂ ਦੇ ਆਪਸ਼ਨ 'ਤੇ ਲੈ ਜਾਊਗਾ ਜਿੱਥੇ ਜਾ ਕੇ ਮੈਂ ਸਾਈਨ ਇਨ ਕਰ ਦੇਣਾ। ਇੱਥੇ ਮੈਂ ਆਪਣਾ ਪਾਸਵਰਡ ਐਡ ਕਰ ਦੇਣਾ। ਦੋਸਤੋ ਪਾਸਵਰਡ ਆਪਣਾ ਇਹ ਮੈਂ ਆਪਣੀ ਈਮੇਲ ID ਦਾ ਪਾਸਵਰਡ ਐਡ ਕਰਨਾ। ਜਿੰਨਾ ਟਾਈਮ ਮੈਂ ਆਪਣੀ ਈਮੇਲ ID ਦਾ ਪਾਸਵਰਡ ਨਹੀਂ ਐਡ ਕਰੂੰਗਾ ਤਾਂ ਮੈਂ ਇਹ ਪੇਪਰ ਨਹੀਂ ਦੇ ਪਾਊਂਗਾ। ਸੋ ਇੱਦਾਂ ਦਾ ਕੁਛ ਪੇਪਰ ਖੁੱਲ੍ਹੂਗਾ, ਇਹਦੇ ਉੱਪਰ ਰੂਲਸ ਰੈਗੂਲੇਸ਼ਨਸ ਲਿਖੇ ਹੋਣਗੇ, ਇੱਦਾਂ ਦਾ ਪੇਪਰ ਲੱਗੂਗਾ ਆਪਣਾ। ਸੋ ਮੈਂ ਤੁਹਾਡੇ ਲਈ ਰੂਲਸ ਪੜ੍ਹ ਦੇਣਾ। ਛੋਟਾ ਜਿਹਾ ਇੱਕ ਟੈਸਟ ਆ ਜੋ ਮੈਂ ਤੁਹਾਡੇ ਲਈ ਸੈਂਪਲ ਤਿਆਰ ਕੀਤਾ। ਸੋ ਮੈਂ ਤੁਹਾਡੇ ਲਈ ਇੱਕ ਵਾਰ ਪੜ੍ਹ ਕੇ ਸੁਣਾ ਦਿੰਦਾ। ਸੋ ਇਹਦੇ ਵਿੱਚ ਰੂਲਸ ਨੇ। ਪਹਿਲਾ ਰੂਲ ਹੈਗਾ ਕਿ ਸਾਰੇ ਕੁਐਸਚਨਸ ਕੰਪਲਸਰੀ ਨੇ, ਕੋਈ ਆਪਸ਼ਨਸ ਨਹੀਂ ਹੋਣਗੀਆਂ। ਹਰ ਕੁਐਸਚਨ ਬੱਚੇ ਨੂੰ ਕਰਨਾ ਪਊਗਾ। 2 ਤਰੀਕੇ ਦੇ ਕੁਐਸਚਨ ਆਉਣਗੇ। ਪਹਿਲੇ ਕੁਐਸਚਨ ਹੋਣਗੇ ਨੋਰਮਲ ਕੁਐਸਚਨ, ਸਾਰੇ ਕੁਐਸਚਨ MCQ ਬੇਸਡ ਕੁਐਸਚਨ ਹੋਣਗੇ ਕਿ ਆਪਣੇ ਬੱਚੇ ਨੇ, ਜਦੋਂ ਮੈਂ ਤੁਹਾਡੇ ਅੱਗੇ ਸਾਹਮਣੇ ਪੇਪਰ ਸੋਲਵ ਕਰਕੇ ਦਿਖਾਊਂਗਾ ਤੁਹਾਨੂੰ ਸਮਝ ਲੱਗ ਜੂਗੀ ਕਿ ਬੱਚੇ ਨੇ ਪੇਪਰ ਸੋਲਵ ਕਿੱਦਾਂ ਕਰਨਾ। ਸੋ ਆਪਾਂ ਸਿਰਫ ਇੱਕ ਸਹੀ ਆਪਸ਼ਨ ਟਿਕ ਕਰਨਾ, ਰਾਈਟ। ਸੋ ਕੋਈ ਵੀ ਜਿਹੜਾ ਅਨਅਟੈਂਪਟਡ ਕੁਐਸਚਨ ਹੋਊਗਾ, ਜੇ ਆਪਣਾ ਬੱਚਾ ਕਿਸੇ ਆਨਸਰ ਨੂੰ ਮਿਸ ਕਰ ਦਿੰਦਾ ਤਾਂ ਉਹਦੇ ਆਪਣੇ ਬੱਚੇ ਨੂੰ ਕੋਈ ਮਾਰਕਸ ਨਹੀਂ ਮਿਲਣਗੇ। ਅਤੇ ਜੇ ਆਪਣਾ ਬੱਚਾ ਕੋਈ ਰੋਂਗ ਆਨਸਰ ਟਿਕ ਕਰ ਦਿੰਦਾ ਉਹਦੇ ਵੀ ਆਪਣੇ ਬੱਚੇ ਨੂੰ ਕੋਈ ਮਾਰਕਸ ਨਹੀਂ ਮਿਲਣਗੇ। ਅਤੇ ਇਹਦੀ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ। ਆਨਸਰ ਗਲਤ ਹੋ ਜਾਂਦਾ ਤਾਂ ਬੱਚੇ ਦੇ ਸਹੀ ਆਨਸਰਸ ਦੇ ਵਿੱਚੋਂ ਨੰਬਰ ਨਹੀਂ ਕੱਟੇ ਜਾਣਗੇ। ਅਤੇ ਟੋਟਲ ਦੋਸਤੋ 17 ਕੁਐਸਚਨਸ ਹੋਣਗੇ। 4 ਡਿਫਰੈਂਟ ਸੈਕਸ਼ਨਸ ਦੇ ਵਿੱਚ ਡਿਵਾਈਡ ਕੀਤੇ ਜਾਣਗੇ: ਨੌਲੇਜ, ਅੰਡਰਸਟੈਂਡਿੰਗ, ਐਪਲੀਕੇਸ਼ਨ ਅਤੇ ਐਨਾਲਿਸਿਸ। 17 ਕੁਐਸਚਨ ਟੋਟਲ ਹੋਣਗੇ, 4 ਡਿਫਰੈਂਟ ਸੈਕਸ਼ਨਸ ਦੇ ਵਿੱਚ ਹੋਣਗੇ ਅਤੇ ਹਰ ਰੋਜ਼ ਇੱਕ ਚੈਪਟਰ ਦਾ ਟੈਸਟ ਲਿਆ ਜਾਊਗਾ। ਸੋ ਔਨ ਐਵਰੇਜ ਆਪਾਂ ਹਰ ਸਬਜੈਕਟ ਦੇ ਵਿੱਚ 4 ਚੈਪਟਰਸ ਕਵਰ ਕਰ ਚੁੱਕੇ ਹਾਂ। ਸੋ ਹਰ ਦਿਨ ਇੱਕ ਸਬਜੈਕਟ ਦੇ ਇੱਕ ਚੈਪਟਰ ਦਾ ਟੈਸਟ ਹੋਊਗਾ ਅਤੇ ਆਪਾਂ 4 ਹਫ਼ਤੇ ਟੈਸਟ ਚਲਾਵਾਂਗੇ ਅਤੇ 4 ਹਫ਼ਤਿਆਂ ਦੇ ਵਿੱਚ ਆਪਾਂ ਬੱਚਿਆਂ ਦੇ ਚਾਰੋਂ ਚੈਪਟਰ ਸਾਰੇ ਸਬਜੈਕਟਸ ਦੇ ਕਵਰ ਕਰਾਂਗੇ। ਸੋ MCQ ਬੇਸਡ ਟੈਸਟ ਹੋਣਗੇ। ਰਿਪੋਰਟ ਜਿੰਨੀ ਵੀ ਆਪਣੇ ਬੱਚਿਆਂ ਦੀ ਜਨਰੇਟ ਹੋਊਗੀ ਉਹ ਸਾਰੀ ਰਿਪੋਰਟ ਆਪਾਂ ਬੱਚਿਆਂ ਦੇ ਪ੍ਰੋਗਰੈਸ ਕਾਰਡਸ ਦੇ ਉੱਪਰ ਰਿਪੋਰਟ ਚਾੜ੍ਹ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਆਪਾਂ ਸਾਰੇ ਉੱਥੇ ਬੈਠ ਕੇ ਡਿਟੇਲ ਦੇ ਵਿੱਚ ਦੇਖ ਸਕਦੇ ਹਾਂ ਕਿ ਸਾਡੇ ਬੱਚਿਆਂ ਨੂੰ ਕਿੰਨੀ ਅੰਡਰਸਟੈਂਡਿੰਗ ਹੋਈ ਆ, ਕਿਹੜੇ ਏਰੀਆਜ਼ ਦੇ ਉੱਪਰ ਕੰਮ ਕਰਨ ਦੀ ਲੋੜ ਆ, ਸੋ ਦੈਟ ਕਿ ਅਸੀਂ ਇੰਪਰੂਵ ਕਰ ਸਕੀਏ ਉਹ ਏਰੀਆਜ਼ ਨੂੰ। ਸੋ 8 HOTS ਬੇਸਡ ਕੁਐਸਚਨਸ ਹੋਣਗੇ। HOTS ਦਾ ਮਤਲਬ ਹੁੰਦਾ ਹਾਇਰ ਆਰਡਰ ਥਿੰਕਿੰਗ ਸਕਿੱਲਸ, ਕਿ ਬੱਚੇ ਨੂੰ ਅਸਲ ਦੇ ਵਿੱਚ ਸਮਝ ਹੈਗੀ ਹੈ। ਜਿਹੜੇ ਆਪਣੇ ਕੁਐਸਚਨਸ ਫਰੇਮ ਕੀਤੇ ਜਾਣਗੇ 17 ਦੇ ਵਿੱਚੋਂ 8 ਕੁਐਸਚਨਸ ਇੱਦਾਂ ਦੇ ਹੋਣਗੇ ਕਿ ਰੱਟੇ ਮਾਰਨ ਵਾਲਾ ਬੱਚਾ ਉਹ ਕੁਐਸਚਨ ਨਹੀਂ ਕਰ ਪਾਊਗਾ। ਅਤੇ ਦਸੰਬਰ ਤੱਕ CBSE ਦੇ ਵਿੱਚ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਦੇ ਵਿੱਚ CBSE ਬੋਰਡ ਵੱਲੋਂ ਵੀ ਇਹ ਨੋਟੀਫਿਕੇਸ਼ਨਸ ਆ ਜਾਣਗੀਆਂ, ਕਿਉਂਕਿ 50% ਜਿਹੜਾ ਪੇਪਰ ਆ 10ਵੀਂ ਅਤੇ 12ਵੀਂ ਦਾ ਬੋਰਡ ਦੇ ਪੇਪਰ ਵੀ ਜਿਹੜੇ ਹੋਣਗੇ ਇਸ ਸਾਲ। ਸੋ ਕਿਹਾ ਜਾ ਰਿਹਾ ਬੋਰਡ ਵੱਲੋਂ ਹੀ, CBSE ਵੱਲੋਂ ਹੀ, ਕਿ 50% ਪੇਪਰ MCQ ਬੇਸਡ ਕੁਐਸਚਨਸ ਦੇ ਉੱਪਰ ਹੀ ਹੋਊਗਾ। ਅਤੇ ਜਿੰਨੇ ਵੀ ਆਪਣੇ ਕੰਪੀਟੀਸ਼ਨਸ ਹੁੰਦੇ ਆ ਉਹ ਸਾਰੇ ਕੰਪੀਟੀਸ਼ਨਸ ਆਪਣੇ MCQ ਬੇਸਡ ਕੁਐਸਚਨਸ ਦੇ ਉੱਪਰ ਹੀ ਡਿਪੈਂਡ ਹੁੰਦੇ ਆ। ਸੋ 25 ਮਿੰਟਸ ਦਾ ਟਾਈਮ ਮਿਲੂਗਾ ਦੋਸਤੋ। 25 ਮਿੰਟ ਤੋਂ ਬਾਅਦ ਆਪਣਾ ਬੱਚਾ ਟੈਸਟ ਨਹੀਂ ਕਰ ਪਾਊਗਾ। ਸੋ ਆਪਾਂ ਡਿਫਰੈਂਟ ਟਾਈਮ ਸਲੋਟਸ ਬਣਾਏ ਨੇ, ਜਿੱਦਾਂ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਇੱਕ ਕਲਾਸ ਦਾ ਪੇਪਰ ਹੋਊਗਾ, ਸ਼ਾਮ ਦੇ 6:30 ਤੋਂ ਲੈ ਕੇ 7 ਵਜੇ ਤੱਕ ਕਿਸੇ ਹੋਰ ਕਲਾਸ ਦਾ ਪੇਪਰ ਹੋਊਗਾ, 7 ਤੋਂ 7:30 ਕਿਸੇ ਹੋਰ ਕਲਾਸ ਦਾ ਪੇਪਰ ਹੋਊਗਾ। ਉਹ ਟਾਈਮਿੰਗਸ ਤੁਹਾਨੂੰ ਪਹੁੰਚ ਜਾਣਗੀਆਂ। ਸੋ ਇਹ ਲਾਜ਼ਮੀ ਆ ਕਿ ਆਪਣਾ ਬੱਚਾ ਇਹ 30 ਮਿੰਟ ਦੇ ਵਿੱਚ ਆਪਣਾ ਆਨਸਰ ਸਬਮਿਟ ਕਰ ਦੇਵੇ, ਸਾਰਾ ਕੁਐਸਚਨ ਪੇਪਰ ਸੋਲਵ ਕਰਕੇ। ਨਹੀਂ ਤਾਂ ਆਪਣੇ ਬੱਚੇ ਦੇ ਮਾਰਕਸ ਨਹੀਂ ਲੱਗਣਗੇ, ਬੱਚੇ ਦੀ ਐਬਸੈਂਟ ਮੰਨੀ ਜਾਊਗੀ ਅਤੇ ਬੱਚੇ ਨੂੰ ਕੋਈ ਮਾਰਕਸ ਨਹੀਂ ਮਿਲਣਗੇ, ਚਾਹੇ ਬੱਚੇ ਨੇ ਅੱਧੇ ਕੁਐਸਚਨਸ ਕੀਤੇ ਹੋਣ। ਇਹ ਔਨਲਾਈਨ ਟੈਸਟਿੰਗ ਦੀ ਥੋੜ੍ਹੀ ਜਿਹੀ ਲਿਮਿਟੇਸ਼ਨ ਆ ਕਿ ਜੇ ਬੱਚਾ ਸਬਮਿਟ ਕਰਵਾਊਗਾ ਉਹਨੂੰ ਸਬਮਿਟ ਕਰਨਾ ਹੀ ਪੈਣਾ। ਸੋ ਇਹਦੇ ਵਿੱਚ ਜੇ ਆਪਣਾ ਬੱਚਾ ਕੋਈ ਕੁਐਸਚਨ ਨਹੀਂ ਸਮਝ ਲੱਗਦੇ, ਉੱਥੇ ਟਾਈਮ ਵੇਸਟ ਕਰਨ ਦੀ ਬਜਾਏ ਆਪਣਾ ਬੱਚਾ ਉਹ ਕੁਐਸਚਨ ਨੂੰ ਸਕਿਪ ਕਰ ਸਕਦਾ। ਸੋ ਇੱਦਾਂ ਆਪਣੇ ਬੱਚੇ ਨੂੰ ਸਬਮਿਟ ਕਰਨਾ ਪੈਣਾ ਪੇਪਰ 25 ਮਿੰਟਸ ਦੇ ਵਿੱਚ। 30 ਮਿੰਟਸ, ਅੱਧੇ ਘੰਟੇ ਦੀ ਵਿੰਡੋ ਮਿਲੂਗੀ ਆਪਣੇ ਬੱਚੇ ਨੂੰ। ਸੋ ਇੱਦਾਂ ਦਾ ਕੋਈ ਇੰਟਰਫੇਸ ਮਿਲੂਗਾ ਆਪਾਂ ਨੂੰ। ਸਭ ਤੋਂ ਪਹਿਲਾਂ ਆਪਾਂ ਨੂੰ ਆਪਣੀ ਈਮੇਲ ਐਡਰੈਸ ਭਰਨੀ ਪੈਣੀ ਹੈ। ਈਮੇਲ ਐਡਰੈਸ ਸਹੀ ਭਰਨੀ ਜ਼ਰੂਰੀ ਹੈ ਜੇ ਆਪਾਂ ਨੂੰ ਰਿਪੋਰਟ ਚਾਹੁੰਦੇ ਹਾਂ।
ਸੋ ਜੇ ਇੱਥੇ ਆਪਾਂ ਗਲਤ ਈਮੇਲ ਐਡਰੈਸ ਭਰ ਦਿੰਦੇ ਹਾਂ ਤਾਂ ਆਪਾਂ ਨੂੰ ਰਿਜ਼ਲਟ ਨਹੀਂ ਮਿਲੂਗਾ। ਸੋ ਆਪਾਂ ਇੱਥੇ ਸਹੀ ਈਮੇਲ ਐਡਰੈਸ ਭਰਦੇ ਹਾਂ। ਮੈਂ ਆਪਣੀ ਐਡ ਕਰ ਦਿੰਦਾ। ਸੋ ਸੈਕਿੰਡ ਹੈਗਾ ਐਡਮਿਸ਼ਨ ਨੰਬਰ। ਇੱਥੇ ਆਪਣੇ ਬੱਚੇ ਨੇ ਆਪਣਾ ਐਡਮਿਸ਼ਨ ਨੰਬਰ ਐਡ ਕਰਨਾ। ਸੋ ਫੋਰ ਐਗਜ਼ਾਮਪਲ ਆਪਣੇ ਬੱਚੇ ਦਾ ਆਪਾਂ ਐਡਮਿਸ਼ਨ ਨੰਬਰ ਐਜ਼ਿਊਮ ਕਰ ਲੈਂਦੇ ਹਾਂ। ਮੇਰਾ ਇਨ ਕੇਸ ਆਪਾਂ ਐਜ਼ਿਊਮ ਕਰ ਲੈਂਦੇ ਹਾਂ 1000। ਸੋ ਇੱਥੇ ਆਪਾਂ ਰੋਲ ਨੰਬਰ ਐਡ ਕਰਨਾ। ਕਲਾਸ ਦੇ ਵਿੱਚ ਜੇ ਮੇਰਾ ਰੋਲ ਨੰਬਰ ਹੈਗਾ 25 ਤਾਂ ਮੈਂ 25 ਲਿਖਤਾ। ਇਨ ਕੇਸ ਮੈਂ ਨਿਊ ਐਡਮਿਸ਼ਨ ਹਾਂ, ਸੋ ਮੈਂ ਕੀ ਕਰਨਾ 25 ਦੀ ਜਗ੍ਹਾ 'ਤੇ ਇੱਥੇ ਨਿਊ ਐਡਮਿਸ਼ਨ ਲਿਖ ਲੈਣਾ। ਇਨ ਕੇਸ ਐਡਮਿਸ਼ਨ ਨੰਬਰ ਮੈਨੂੰ ਨਹੀਂ ਮਿਲਿਆ, ਮੈਂ ਨਿਊ ਐਡਮਿਸ਼ਨ ਹਾਂ, ਤਾਂ 1000 ਦੀ ਜਗ੍ਹਾ 'ਤੇ ਮੈਂ ਨਿਊ ਐਡਮਿਸ਼ਨ ਲਿਖ ਲੈਣਾ। ਸੋ ਆਪਾਂ ਅੱਗੇ ਸਕਰੋਲ ਕਰਨਾ। ਸੋ ਕਲਾਸ 9th, ਇਹ 9th ਕਲਾਸ ਦਾ ਪੇਪਰ ਆ। ਆਪਾਂ ਅਜ਼ਿਊਮ ਕਰਦੇ ਹਾਂ ਇੱਦਾਂ ਹੀ ਆਪਣੇ ਬੱਚੇ ਨੂੰ ਪੇਪਰ ਆਊਗਾ ਜੇ ਫਸਟ ਕਲਾਸ ਦੇ ਵਿੱਚ ਆ, ਸੈਕਿੰਡ ਦੇ ਵਿੱਚ ਆ। ਸੋ ਇੱਥੇ ਜਿਹੜਾ ਵੀ ਬੱਚੇ ਦਾ ਸੈਕਸ਼ਨ ਆ ਆਪਾਂ ਬੱਚੇ ਨੇ ਉਹ ਕਲਿੱਕ ਕਰ ਦੇਣਾ। ਜਿੱਦਾਂ ਜੇ ਮੇਰਾ A ਸੈਕਸ਼ਨ ਆ, ਸਪੋਜ਼ ਮੈਂ A ਸੈਕਸ਼ਨ ਕਲਿੱਕ ਕਰਤਾ ਅਤੇ ਆਪਾਂ ਅੱਗੇ ਜਾਣਾ। ਇੱਥੇ ਮੈਂ ਆਪਣਾ ਨਾਮ ਐਡ ਕਰ ਦੇਣਾ। ਦੋਸਤੋ ਨਾਮ ਕੈਪੀਟਲ ਲੈਟਰਸ ਦੇ ਵਿੱਚ ਹੀ ਟਾਈਪ ਕਰਨਾ। ਮੈਂ ਤੁਹਾਨੂੰ ਟਾਈਪ ਕਰਕੇ ਦਿਖਾਉਣਾ। ਆਪਾਂ ਇੱਦਾਂ ਵੀ ਕਰ ਸਕਦੇ ਹਾਂ NAVJOT, ਬਟ ਇੱਦਾਂ ਨਾਮ ਐਕਸੈਪਟ ਨਹੀਂ ਕੀਤਾ ਜਾਊਗਾ। ਸਾਰਿਆਂ ਨੇ ਨਾਮ ਕੈਪੀਟਲ ਲੈਟਰਸ ਦੇ ਵਿੱਚ ਹੀ ਟਾਈਪ ਕਰਨਾ। ਨਿਊ ਐਡਮਿਸ਼ਨ ਵੀ ਕੈਪੀਟਲ ਲੈਟਰਸ ਦੇ ਵਿੱਚ ਹੀ ਟਾਈਪ ਕਰਨਾ। ਸੋ ਜਿੰਨੀ ਵੀ ਇਨਫੋਰਮੇਸ਼ਨ ਆਪਾਂ ਦੇਣੀ ਆ ਉਹ ਆਪਾਂ ਕੈਪੀਟਲ ਲੈਟਰਸ ਦੇ ਵਿੱਚ ਹੀ ਦੇਣੀ ਆ। ਈਮੇਲ ਆਈਡੀ ਆਪਾਂ ਨੋਰਮਲ ਲੈਟਰਸ ਦੇ ਵਿੱਚ ਦੇਣੀ ਆ। ਈਮੇਲ ਆਈਡੀ ਨੂੰ ਆਪਾਂ ਨਹੀਂ ਜਿੱਦਾਂ ਨੋਰਮਲੀ ਆਪਾਂ ਲਿਖਦੇ ਹਾਂ ਆਪਾਂ ਉੱਦਾਂ ਹੀ ਲਿਖਣੀ ਆ। ਰੈਸਟ ਸਾਰੀ ਇਨਫੋਰਮੇਸ਼ਨ ਆਪਾਂ ਕੈਪੀਟਲ ਲੈਟਰਸ ਦੇ ਵਿੱਚ ਦੇਣੀ ਆ। ਹੁਣ ਜਦੋਂ ਮੈਂ ਇਨਫੋਰਮੇਸ਼ਨ ਭਰ ਲਊਂਗਾ ਫਿਰ ਦੋਸਤੋ ਮੈਂ ਨੈਕਸਟ ਬਟਨ ਪ੍ਰੈਸ ਕਰ ਦੇਣਾ ਥੱਲੇ। ਜੇ ਮੈਂ ਇਹਦੇ ਵਿੱਚੋਂ ਕੁਛ ਵੀ ਬਲੈਂਕ ਛੱਡ ਦੇਣਾ, ਜਿੱਦਾਂ ਮੈਂ ਆਪਣਾ ਨਾਮ ਨਹੀਂ ਐਡ ਕਰਦਾ, ਤਾਂ ਮੈਂ ਨੈਕਸਟ ਨਹੀਂ ਜਾ ਸਕੂੰਗਾ। ਇਹ ਮੈਨੂੰ ਕਹੂਗਾ ਕਿ ਫਾਰਮ ਕੰਪਲੀਟ ਕਰੋ। ਸੋ ਮੈਂ ਆਪਣਾ ਨਾਮ ਐਡ ਕਰ ਦੇਣਾ। ਹੁਣ ਮੈਨੂੰ ਪਰਮਿਸ਼ਨ ਹੈਗੀ ਕਿ ਮੈਂ ਅਗਲੇ ਪੇਜ 'ਤੇ ਜਾ ਸਕਦਾ। ਸੋ ਆਪਾਂ ਆਪਣੇ ਬੱਚਿਆਂ ਨੂੰ, ਜੇ ਆਪਣੇ ਟਾਈਮਿੰਗਸ ਹੈਗੀ ਆਪਣੇ ਬੱਚਿਆਂ ਦੀਆਂ ਪੇਪਰ ਦੀਆਂ ਕਿ ਸ਼ਾਮ ਨੂੰ 6 ਵਜੇ ਤੋਂ ਲੈ ਕੇ 6:30 ਤੱਕ ਬੱਚਾ ਪੇਪਰ ਦੇ ਸਕਦਾ, ਤਾਂ ਆਪਣੇ ਬੱਚੇ ਨੂੰ 5:57 'ਤੇ ਮਤਲਬ 3 ਮਿੰਟ ਪਹਿਲਾਂ ਟਾਈਮ ਤੋਂ ਇਹ ਪੇਪਰ ਰਿਲੀਜ਼ ਕੀਤਾ ਜਾਊਗਾ। ਲਿੰਕ ਪਹਿਲਾਂ ਹੀ ਸ਼ੇਅਰ ਕਰ ਦਾਂਗੇ ਆਪਾਂ, ਪਰ ਲਿੰਕ ਬੱਚਾ ਕਲਿੱਕ ਕਰਕੇ ਪੇਪਰ ਨਹੀਂ ਦੇ ਸਕੂਗਾ। ਪੇਪਰ ਬੱਚਾ ਉਦੋਂ ਹੀ ਦੇ ਸਕੂਗਾ ਜਿੰਨੇ ਵਜੇ ਟੀਚਰ ਮੈਂਸ਼ਨ ਕਰੂਗਾ ਕਿ 5:57 'ਤੇ ਜੇ ਪੇਪਰ ਦੇ ਸਕੂਗਾ ਤਾਂ 5:57  'ਤੇ ਹੀ ਇਹ ਪੇਪਰ ਖੋਲ੍ਹਣਾ। ਲਿੰਕ ਪਹਿਲਾਂ ਭੇਜੇ ਜਾਣਗੇ ਆਪਾਂ ਨੂੰ। ਸੋ ਮੈਂ ਇੱਥੇ ਨੈਕਸਟ ਕਰ ਦੇਣਾ ਅਤੇ ਮੈਨੂੰ ਅਗਲਾ ਕੁਐਸਚਨ ਖੋਲ੍ਹ ਦਊਗਾ। ਸੋ ਇੱਕ ਟਾਈਮ ਦੋਸਤੋ ਇੱਕ ਹੀ ਕੁਐਸਚਨ ਰਿਫਲੈਕਟ ਹੋਊਗਾ ਮੇਰੀ ਸਕਰੀਨ ਦੇ ਉੱਪਰ। ਸੋ ਇੱਦਾਂ ਕੁਛ ਕੁਐਸਚਨ ਹੋਊਗਾ, ਜਿੱਦਾਂ ਪਹਿਲਾ ਸੈਕਸ਼ਨ ਇਹ ਹੈ ਨੌਲੇਜ ਆ। ਸੋ ਨੌਲੇਜ ਸੈਕਸ਼ਨ ਦੇ ਅੰਡਰ ਮੈਨੂੰ ਇਹ ਕੁਐਸਚਨ ਦਿੱਤਾ ਗਿਆ। ਸੋ ਬੇਸਿਕਲੀ ਸਪੋਜ਼ ਕਰਦੇ ਹਾਂ ਕਿ ਮੇਰਾ ਆਨਸਰ ਹੈਗਾ A ਓਨਲੀ, ਪਰ ਇੱਥੇ ਤੁਸੀਂ ਦੇਖ ਸਕਦੇ ਹੋ ਆਪਸ਼ਨਸ ਹੈਗੇ ਆ ਬੋਥ B ਐਂਡ C, ਮਤਲਬ ਇਹਦੇ ਇੱਕ ਤੋਂ ਜ਼ਿਆਦਾ ਆਨਸਰ ਵੀ ਹੋ ਸਕਦਾ। ਸੋ ਜਿਹੜੇ ਇੱਦਾਂ ਦੇ ਕੁਐਸਚਨਸ ਹੁੰਦੇ ਉਹਨੂੰ ਆਪਾਂ ਹਾਇਰ ਆਰਡਰ ਥਿੰਕਿੰਗ ਸਕਿੱਲਸ ਬੇਸਡ ਕੁਐਸਚਨਸ ਕਹਿੰਦੇ ਆ। ਇਹ ਕੁਐਸਚਨ ਮੈਨੂੰ ਬੇਸਿਕਲੀ ਕਨਫਿਊਜ਼ ਕਰ ਰਿਹਾ ਕਿ ਇਹਦਾ ਆਪਸ਼ਨ ਇਕੱਲਾ A ਵੀ ਆਨਸਰ ਹੋ ਸਕਦਾ, ਸਾਰੇ ਵੀ ਇਹਦਾ ਇੱਕ ਆਨਸਰ ਹੋ ਸਕਦੇ ਆ, ਆਲ ਆਫ ਦੀ ਅਬਵ, ਜਾਂ ਇਕੱਲਾ D ਆਪਸ਼ਨ ਆਨਸਰ ਹੋ ਸਕਦਾ, ਜਾਂ A C ਐਂਡ D ਆਨਸਰ ਹੋ ਸਕਦਾ। ਆਪਾਂ ਅਜ਼ਿਊਮ ਕਰ ਲੈਂਦੇ ਕਿ ਇਹਦਾ A ਆਨਸਰ ਆ। ਸੋ ਆਪਾਂ ਜਿੰਨੇ ਵੀ ਹੌਟਸ ਬੇਸਡ ਕੁਐਸਚਨਸ ਨੇ, ਜੇ ਆਪਣੇ ਬੱਚੇ ਨੂੰ ਕੁਐਸਚਨ ਕਨਫਿਊਜ਼ਿੰਗ ਲੱਗ ਰਿਹਾ ਤਾਂ ਆਪਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ। ਜੇ ਬੱਚਾ ਨਹੀਂ ਆਨਸਰ ਕਰਨਾ ਚਾਹੁੰਦਾ, ਬੱਚਾ ਟਰਾਈ ਕਰ ਸਕਦਾ, ਕਿਉਂਕਿ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ। ਜੇ ਬੱਚਾ ਆਨਸਰ ਨਹੀਂ ਟਰਾਈ ਕਰਨਾ ਚਾਹੁੰਦਾ ਤਾਂ ਬੱਚਾ ਸਿੱਧਾ ਨੈਕਸਟ ਪ੍ਰੈਸ ਕਰ ਸਕਦਾ। ਬੱਚਾ ਇਹਨੂੰ ਆਨਸਰ ਦਿੱਤੇ ਬਿਨਾਂ ਨੈਕਸਟ ਪ੍ਰੈਸ ਕਰ ਸਕਦਾ। ਸੋ ਆਪਾਂ ਮੂਵ ਕਰਦੇ ਨੇ ਨੈਕਸਟ। ਜਦੋਂ ਮੈਂ ਸੋਲਵ ਕਰ ਲਿਆ, ਹੁਣ ਮੇਰਾ ਅਗਲਾ ਕੁਐਸਚਨ ਖੁੱਲ੍ਹ ਗਿਆ। ਸੋ ਅਗਲਾ ਕੁਐਸਚਨ ਜੇ ਆਪਾਂ ਦੇਖੀਏ, ਇਹਦੇ ਵਿੱਚ ਆਪਾਂ ਨੂੰ ਫਿਰ ਆਪਸ਼ਨ ਦਿੱਤੇ ਆ, ਕੁਐਸਚਨ ਦਿੱਤੇ ਆ। ਮੈਂ ਕੀ ਕਰਨਾ, ਜਿਹੜਾ ਵੀ ਆਪਸ਼ਨ ਮੈਨੂੰ ਲੱਗਦਾ ਕਿ ਸਹੀ ਆਨਸਰ ਆ ਮੈਂ ਉਹ ਪ੍ਰੈਸ ਕਰ ਦੇਣਾ। ਫਿਰ ਥੱਲੋਂ ਮੈਂ ਨੈਕਸਟ ਸਬਮਿਟ ਕਰ ਦੇਣਾ। ਜਦੋਂ ਮੈਂ ਨੈਕਸਟ ਪ੍ਰੈਸ ਕਰਤਾ ਫਿਰ ਅਗਲਾ ਕੁਐਸਚਨ ਖੁੱਲ੍ਹ ਜਾਊਗਾ। ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਅਗਲਾ ਕੁਐਸਚਨ ਉਹ ਸੈਕਸ਼ਨ B ਦੇ ਅੰਡਰ ਅੰਡਰਸਟੈਂਡਿੰਗ ਦੇ ਅੰਡਰ ਆ ਰਿਹਾ। ਸੋ ਜਿਹੜੀ ਤੁਸੀਂ ਪ੍ਰੋਗਰੈਸ ਬਾਰ ਸਕਰੀਨ ਦੇ ਉੱਪਰ ਦੇਖ ਰਹੇ ਹੋ, ਜਿਹੜੀ ਆ ਗ੍ਰੀਨ ਲਾਈਨ, ਇਹਨੂੰ ਆਪਾਂ ਪ੍ਰੋਗਰੈਸ ਬਾਰ ਕਹਿੰਦੇ ਆ। ਇਹ ਮੈਨੂੰ ਦੱਸ ਰਹੀ ਆ ਕਿ ਮੇਰਾ ਕਿੰਨਾ ਪੇਪਰ ਹੋ ਚੁੱਕਿਆ ਅਤੇ ਕਿੰਨਾ ਰਹਿੰਦਾ।
ਸੋ ਟਾਈਮ ਦੇ ਹਿਸਾਬ ਨਾਲ ਕਿ ਕਿੰਨਾ ਟਾਈਮ ਹੋ ਗਿਆ, ਜੇ 6:30 ਵਜੇ ਮੇਰਾ ਪੇਪਰ ਬੰਦ ਹੋਣਾ ਤਾਂ ਇਹਦਾ ਮਤਲਬ ਮੈਨੂੰ 6:30 ਤੋਂ ਪਹਿਲਾਂ ਪਹਿਲਾਂ ਪੇਪਰ ਸਬਮਿਟ ਕਰਨਾ ਪੈਣਾ, ਨਹੀਂ ਤਾਂ ਮੇਰਾ ਪੇਪਰ ਐਕਸੈਪਟ ਨਹੀਂ ਹੋਣਾ। ਸੋ ਇਹਨੂੰ ਦੇਖ ਕੇ ਮੈਂ ਟਾਈਮ ਦੇ ਹਿਸਾਬ ਨਾਲ ਕੰਪੇਅਰ ਕਰ ਸਕਦਾ ਮੇਰੇ ਕੋਲ ਕਿੰਨਾ ਟਾਈਮ ਆ, ਮੈਂ ਕੁਐਸਚਨ ਨੂੰ ਅਟੈਂਪਟ ਕਰਨਾ ਜਾਂ ਨਹੀਂ ਕਰਨਾ। ਮੈਂ ਆਨਸਰ ਸਬਮਿਟ ਕੀਤਾ, ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਹੁਣ ਇਹ ਜੇ ਤੁਸੀਂ ਕੁਐਸਚਨ ਦੇਖਦੇ ਦੇਖੋ, ਹਰ ਆਪਸ਼ਨ ਦੇ ਵਿੱਚ ਮਲਟੀਪਲ ਚਾਈਸਸ ਨੇ, ਮਤਲਬ ਪਹਿਲੇ ਆਪਸ਼ਨ ਦੇ ਵਿੱਚ ਅਰੇਂਜ ਕਰਨਾ ਆਪਾਂ ਕਿ ਪਹਿਲਾ ਸਟੈਪ ਕੀ ਹੋਊਗਾ, ਦੂਜਾ ਸਟੈਪ ਕੀ ਹੋਊਗਾ, ਤੀਜਾ ਸਟੈਪ ਕੀ ਹੋਊਗਾ। ਸੋ ਜੋ ਵੀ ਤੁਹਾਡੇ ਆਪਣੇ ਬੱਚੇ ਦੇ ਸਾਹਮਣੇ ਆਨਸਰ ਹੈਗਾ, ਆਪਾਂ ਕੀ ਕਰਨਾ ਕਿ ਆਪਾਂ ਨੂੰ ਪ੍ਰੈਸ ਕਰ ਦੇਣਾ। ਹੁਣ ਇਹ ਲਾਸਟ ਕੁਐਸਚਨ ਆ, ਕਿਉਂਕਿ ਮੈਂ ਸਿਰਫ 7 ਹੀ ਕੁਐਸਚਨਸ ਦਾ ਬਣਾਇਆ ਸੀ ਟਾਈਮ ਸੇਵ ਕਰਨ ਲਈ, ਤੁਹਾਨੂੰ ਇੱਕ ਆਈਡੀਆ ਹੋ ਸਕੇ। ਹੁਣ ਲਾਸਟ ਕੁਐਸਚਨ ਆ ਇਹ। ਸੋ ਆਪਾਂ ਕੀ ਕਰਨਾ, ਆਪਾਂ ਐਂਡ ਦੇ ਉੱਪਰ ਸਬਮਿਟ ਕਰਨਾ। ਸੋ ਇਹ ਸਬਮਿਟ ਆਪਾਂ ਟਾਈਮ ਦੇ ਵਿੱਚ ਕਰਨਾ। ਜੇ ਆਪਾਂ ਟਾਈਮ ਦੇ ਵਿੱਚ ਸਬਮਿਟ ਕਰਨ ਤੋਂ ਫੇਲ ਹੁੰਨੇ ਆ ਤਾਂ ਆਪਣਾ ਪੇਪਰ ਐਕਸੈਪਟ ਨਹੀਂ ਕੀਤਾ ਜਾਊਗਾ। ਸਪੋਜ਼ ਮੈਂ ਪ੍ਰੈਸ ਕਰ ਦਿੰਨਾ, ਸਬਮਿਟ ਹੋ ਗਿਆ। ਹੁਣ ਮੇਰਾ ਪੇਪਰ ਸਬਮਿਟ ਹੋ ਚੱਲਿਆ। ਹੁਣ ਮੈਨੂੰ ਇਹ ਮੈਸੇਜ ਆ ਗਿਆ ਕਿ ਥੈਂਕਸ ਫॉर द सबमिशन ऑफ द पेपर, योर मार्क्स विल बी रिलीज शॉर्टली। ਇਹਦਾ ਮਤਲਬ ਟੀਚਰ ਕੋਲੇ ਮੇਰਾ ਪੇਪਰ ਪਹੁੰਚ ਚੁੱਕਿਆ। ਸੋ ਦੋਸਤੋ ਇਹ ਪ੍ਰੋਸੈਸ ਆ, ਇੱਦਾਂ ਆਪਾਂ ਟੈਸਟ ਲਵਾਂਗੇ। ਆਪਣੇ ਟੀਚਰਸ ਤੁਹਾਨੂੰ ਕੰਟੈਕਟ ਕਰਨਗੇ, ਟੀਚਰਸ ਤੁਹਾਨੂੰ ਸਾਰੀ ਪ੍ਰੋਸੈਸ ਸਮਝਾਉਣਗੇ ਅਤੇ 6 ਤਰੀਕ ਨੂੰ ਆਪਣੇ ਪੇਪਰ ਸਟਾਰਟ ਹੋ ਰਹੇ ਆ ਇਹ। ਅਤੇ 6 ਤਰੀਕ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਇੱਕ ਛੋਟਾ ਜਿਹਾ ਮੌਕ ਟੈਸਟ ਲਿਆ ਜਾਊਗਾ ਬੱਚੇ, ਤਾਂ ਕਿ ਸਮਝ ਸਕਣ ਕਿ ਪ੍ਰੋਸੈਸ ਚੱਲਣੀ ਕਿੱਦਾਂ। ਅਤੇ ਅਟੈਂਡੈਂਸ ਇਜ਼ ਕੰਪਲਸਰੀ। ਜੇ ਇਨ ਕੇਸ ਆਪਣੇ ਬੱਚੇ ਪੇਪਰ ਅਟੈਂਡ ਨਹੀਂ ਕਰਦੇ, ਛੁੱਟੀ ਕਰਦੇ ਆ, ਸੋ ਜੇ ਆਪਣੇ ਸੀਨੀਅਰ ਬੱਚੇ ਵੀ ਇਹ ਵੀਡੀਓ ਦੇਖ ਰਹੇ ਆ, ਸੁਣ ਰਹੇ ਆ, ਸੋ ਦਿਸ ਇਜ਼ ਅ ਮੈਸੇਜ ਫॉर ਯੂ ਆਲ ਐਜ਼ ਵੈਲ ਕਿ ਇਨ ਕੇਸ ਤੁਸੀਂ ਪੇਪਰ ਨਹੀਂ ਦਿੰਦੇ, ਸੋ ਤੁਹਾਨੂੰ ਪ੍ਰਮੋਟ ਨਹੀਂ ਕੀਤਾ ਜਾਊਗਾ। ਯੂ ਵਿਲ ਨਾਟ ਬੀ ਪ੍ਰਮੋਟਡ। ਅਤੇ ਜਿੰਨਾ ਈ ਲਰਨਿੰਗ ਦੇ ਵਿੱਚ ਆਪਣਾ ਟਾਈਮ ਲੱਗਿਆ ਹੁਣ ਤੱਕ, ਉਹ ਸਾਰੇ 4 ਤੋਂ 5 ਮਹੀਨੇ ਹੀ ਤੁਹਾਡੀ ਐਬਸੈਂਟ ਲਾਈ ਜਾਊਗੀ ਅਤੇ ਤੁਹਾਨੂੰ ਐਂਡ ਦੇ ਉੱਪਰ ਰੋਲ ਨੰਬਰਸ ਨਹੀਂ ਇਸ਼ੂ ਕੀਤੇ ਜਾਣਗੇ CBSE ਵੱਲੋਂ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਸਕੂਲ ਦਾ ਵੀ ਰਿਜ਼ਲਟ ਖਰਾਬ ਹੋਵੇ, ਤੁਹਾਡਾ ਵੀ ਰਿਜ਼ਲਟ ਖਰਾਬ ਹੋਵੇ। ਸੋ ਟੈਸਟਿੰਗ ਇਜ਼ ਕਰੂਸ਼ਲ। ਅਤੇ ਬਾਕੀ ਕਲਾਸਿਸ ਦੇ ਵੀ ਜਿੰਨੇ ਬੱਚੇ ਸੁਣ ਰਹੇ ਆ, ਉਹਨਾਂ ਲਈ ਵੀ ਇਹ ਪੁਆਇੰਟ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਕਿ ਜੇ ਤੁਸੀਂ ਪੇਪਰ ਨਹੀਂ ਦਿੰਦੇ ਕਿ ਤੁਹਾਨੂੰ ਪ੍ਰੋਗਰੈਸ ਕਾਰਡ ਨਹੀਂ ਦਿੱਤਾ ਜਾਊਗਾ, ਤੁਹਾਨੂੰ ਸਰਟੀਫਿਕੇਟ ਨਹੀਂ ਦਿੱਤਾ ਜਾਊਗਾ। ਅਤੇ ਜਿਹੜੇ ਬੱਚੇ ਕੋਲ ਵੀ ਸਰਟੀਫਿਕੇਟ ਅਤੇ ਪ੍ਰੋਗਰੈਸ ਕਾਰਡ ਨਹੀਂ ਹੋਊਗਾ, ਉਹ ਬੱਚੇ ਨੂੰ ਕਲਾਸ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਊਗਾ। ਉਹ ਬੱਚੇ ਨੂੰ ਪਹਿਲਾਂ ਪੇਪਰ ਦੇਣੇ ਪੈਣਗੇ ਰਿਟਨ। ਜੇ ਪਾਸ ਹੋਇਆ ਬੱਚਾ, ਫਿਰ ਹੀ ਉਹ ਬੱਚਾ ਨੈਕਸਟ ਕਲਾਸ ਦੇ ਵਿੱਚ ਮੂਵ ਕਰ ਸਕਦਾ। ਸੋ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਛੋਟਾ ਜਿਹਾ ਕਿ ਉਹ ਤੁਹਾਡੇ ਜਿਹੜਾ ਕਾਰਡ ਆ, ਜਿਹੜਾ ਲਰਨਿੰਗ ਪ੍ਰੋਗਰੈਸ ਕਾਰਡ ਆ, ਉਹ ਕਿੱਦਾਂ ਦਾ ਲੱਗੂਗਾ। ਸੋ ਇਹ ਤੁਹਾਡਾ ਪ੍ਰੋਗਰੈਸ ਕਾਰਡ ਹੈ। ਇਹਦੇ ਵਿੱਚ ਆਪਾਂ ਪੂਰੀ ਮੰਥ ਵਾਈਜ਼, ਇਹਦੇ ਵਿੱਚ ਆਪਾਂ ਪੂਰੇ 9 ਸਟੇਜਸ ਸਮਝਾਈਆਂ ਨੇ ਕਿ ਕਿੱਥੇ ਕਿੱਥੇ ਪੈਰੈਂਟਸ ਦੀ ਸਾਨੂੰ ਲੋੜ ਪੈਂਦੀ ਹੈ, ਕਿੱਥੇ ਕਿੱਥੇ ਬੱਚੇ ਨੂੰ ਧਿਆਨ ਦੇਣ ਦੀ ਲੋੜ ਆ, ਕਿਹੜੇ ਸਟੈਪਸ ਦੇ ਉੱਪਰ ਟੀਚਰਸ ਦੀ ਇੰਟਰਵੈਂਸ਼ਨ ਦੀ ਲੋੜ ਹੁੰਦੀ ਆ। ਸੋ ਇਹ ਪੂਰਾ ਰਿਪੋਰਟ ਕਾਰਡ ਦੀ ਤਰ੍ਹਾਂ ਹੁੰਦਾ ਪ੍ਰੋਗਰੈਸ ਕਾਰਡ। ਸੋ ਹੁਣ ਤੱਕ ਜਿੰਨੀਆਂ ਆਪਣੇ ਬੱਚਿਆਂ ਨੇ ਅਸਾਈਨਮੈਂਟ ਸਬਮਿਟ ਕਰਵਾਈਆਂ ਨੇ, ਜਿੰਨੀਆਂ ਛੁੱਟੀਆਂ ਦਾ ਕੰਮ ਮਿਲਿਆ ਸੀ, ਹੌਲੀਡੇਜ਼ ਹੋਮਵਰਕ ਮਿਲਿਆ ਸੀ, ਉਹ ਸਾਰੀ ਮੰਥ ਬਾਏ ਮੰਥ, ਜਿੱਦਾਂ ਮਾਰਚ ਦੀ, ਅਪ੍ਰੈਲ ਦੀ ਅਸਾਈਨਮੈਂਟਸ, ਫਿਰ ਮੇ ਦੀਆਂ ਅਸਾਈਨਮੈਂਟਸ, ਮੰਥ ਬਾਏ ਮੰਥ ਸਾਰੀ ਗ੍ਰੇਡਿੰਗ ਬੱਚੇ ਦੀ ਕੀਤੀ ਜਾਊਗੀ। ਅਤੇ ਜਿਹੜੇ ਪ੍ਰੋਗਰੈਸ ਕਾਰਡਸ ਨੇ, ਇਹ ਆਪਣੇ ਬੱਚਿਆਂ ਨੂੰ ਇਸ਼ੂ ਕੀਤੇ ਜਾਣਗੇ। ਪਲੱਸ ਆਪਣੇ ਬੱਚਿਆਂ ਨੂੰ ਇਹ ਸਰਟੀਫਿਕੇਟ ਇਸ਼ੂ ਕੀਤਾ ਜਾਊਗਾ ਕੰਪਲੀਸ਼ਨ ਦਾ, ਕਿ ਆਪਣੇ ਬੱਚੇ ਨੇ ਜਿਹੜੀ ਲਰਨਿੰਗ ਆ ਸਕੂਲ ਦੇ ਵਿੱਚ ਉਹ ਪ੍ਰੋਗਰਾਮ ਅਟੈਂਡ ਕੀਤਾ ਅਤੇ ਸਾਰੀਆਂ ਅਸਾਈਨਮੈਂਟ ਸਬਮਿਟ ਕਰਵਾਈਆਂ ਨੇ। ਸੋ ਇਹ ਸਰਟੀਫਿਕੇਟ ਦੇ ਨਾਲ ਹੀ ਆਪਣੇ ਬੱਚੇ ਨੂੰ ਅਲਾਓ ਕੀਤਾ ਜਾਊਗਾ ਕਲਾਸ ਦੇ ਵਿੱਚ ਬੈਠਣ ਦੇ ਲਈ। ਅਦਰਵਾਈਜ਼ ਬੱਚੇ ਨੂੰ ਰਿਟਨ ਪੇਪਰ ਦੇਣੇ ਪੈਣਗੇ ਬਿਫੋਰ ਅ ਚਾਈਲਡ ਕੈਨ ਬੀ ਕੰਸੀਡਰਡ ਐਜ਼ ਪ੍ਰਮੋਟਡ ਔਰ ਐਜ਼ ਐਲੀਜੀਬਲ ਟੂ ਸਿਟ ਇਨ ਦ ਸੇਮ ਕਲਾਸ। ਸੋ ਆਈ ਹੋਪ ਦਿਸ ਇੰਸਟਰਕਸ਼ਨਸ ਆਰ ਕਲੀਅਰ। ਸੋ ਧੰਨਵਾਦ ਸਾਰਿਆਂ ਦਾ।